ਸਰਵਣ ਕੀਤਾ ਕਿ ਕਲਗੀਧਰ ਪਾਤਸ਼ਾਹ ਧੰਨ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਹਿਬ ਜੀ ਦਾ ਲਾਹੌਰ ਨਗਰ ਵਾਸੀ ਭਾਈ ਹਰਜਸ ਦੀ ਪੁੱਤਰੀ ਮਾਤਾ ਜੀਤੋ ਜੀ ਦੇ ਨਾਲ ਰਿਸ਼ਤਾ ਪੱਕਾ ਹੋਇਆ ਤੇ ਭਾਈ ਹਰਜਸ ਆਪਣੇ ਸਮੂਹ ਕੁਟੁੰਬ ਪਰਿਵਾਰ ਵੱਲੋਂ ਸਤਿਗੁਰਾਂ ਦੇ ਅੱਗੋਂ ਬਿਨ੍ਹਾਂ ਕਰਦਾ ਹੈ ਕਿ ਸਤਿਗੁਰੂ ਜੀ ਕਿਰਪਾ ਕਰੋ ਤੇ ਬਰਾਤ ਲਾਹੌਰ ਨਗਰੀ ਵਿੱਚ ਲੈ ਕੇ ਆਓ। ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਹਿਬ ਜੀ ਲਾਹੌਰ ਨਗਰੀ ਦੇ ਵਿੱਚ ਬਰਾਤ ਲਿਜਾਣ ਵੱਲੋਂ ਇਨਕਾਰ ਕਰਦੇ ਹੋਏ ਕਹਿਣ ਲੱਗੇ ਕਿ ਇਹ ਭਾਈ ਤੁਹਾਡੀ ਇੱਛਾ ਅਵਸ਼ ਹੀ ਪੂਰਨ ਹੋਵੇਗੀ, ਬਰਾਤ ਤਾਂ ਲਾਹੌਰ ਹੀ ਜਾਵੇਗੀ, ਕਿੰਤੂ ਉਸ ਲਾਹੌਰ ਨਹੀਂ ਜਿੱਥੇ ਪੰਚਮ ਪਾਤਸ਼ਾਹ ਧੰਨ ਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ। ਉਸ ਲਾਹੌਰ ਜਾਵੇਗੀ ਜੋ ਗੁਰਾਂ ਦਾ ਵਸਾਇਆ ਹੋਇਆ ਲਾਹੌਰ ਗੁਰੂ ਕਾ ਲਾਹੌਰ ਹੋਵੇਗਾ। ਇਸ ਤਰ੍ਹਾਂ ਕਹਿੰਦਿਆਂ ਹੋਇਆਂ ਸਤਿਗੁਰਾਂ ਨੇ ਆਨੰਦਪੁਰ ਸਾਹਿਬ ਨਗਰੀ ਦੇ ਨਿਕਟ ਹੀ ਲਾਹੌਰ ਨਗਰ ਵਸਾਇਆ ਹੈ। ਉਹੀ ਲਾਹੌਰ ਨਗਰ ਦੀ ਨਿਆਈ ਬੇਅੰਤ ਦੁਕਾਨਾਂ, ਹਰ ਕਿਸਮ ਦੀਆਂ ਦੁਕਾਨਾਂ, ਹਰ ਤਰ੍ਹਾਂ ਦੇ ਬਾਜ਼ਾਰ ਬਣਾਏ ਗਏ, ਸੋਹਣੇ ਮੰਦਰ ਮਕਾਨ ਬਣਾਏ ਗਏ। ਸਤਿਗੁਰਾਂ ਨੇ ਐਸੀ ਕਲਾ ਵਰਤਾਈ, ਗੁਰੂ ਹੁਕਮ ਪਾ ਕੇ ਮਨ ਦੇਵ ਸ਼ਿਲਪੀ ਵਿਸ਼ਵਕਰਮਾ ਨੇ ਆਪ ਆ ਕੇ ਸੁੰਦਰ ਰਚਨਾ ਰਚ ਦਿੱਤੀ ਹੈ। ਭਾਈ ਸੰਗੋ ਸ਼ਾਹ ਜੋ ਗੁਰਾਂ ਦਾ ਭੂਆ ਦਾ ਪੁੱਤਰ ਭਰਾ ਹੈ ਤੇ ਮਾਮਾ ਕਿਰਪਾਲ ਚੰਦ ਜੀ ਨੂੰ ਡਿਊਟੀ ਸੌਂਪੀ ਹੈ ਕਿ ਜਿੰਨੇ ਵੀ ਸਿੱਖਾਂ ਸੇਵਕਾਂ ਤੇ ਦੁਕਾਨਦਾਰਾਂ ਨੂੰ ਵੱਖ-ਵੱਖ ਸ਼ਹਿਰਾਂ ਵਿੱਚੋਂ ਆਮੰਤਰਿਤ ਕੀਤਾ, ਕਿਸੇ ਵੀ ਵਸਤੂ ਤਹਿ ਪਦਾਰਥ ਦੀ ਲੋੜ ਹੋਵੇ ਉਹਨਾਂ ਨੂੰ ਦੇ ਕੇ ਤੇ ਬਾਜ਼ਾਰ ਵਿੱਚ ਦੁਕਾਨਾਂ ਵਿੱਚ ਬਿਠਾਓ। ਤਥਾ ਹੋਇਆ ਬਹੁਤ ਸੁੰਦਰ ਨਗਰ ਵਸਿਆ। ਭਾਈ ਹਰਜਸ ਜੀ ਆਪਣੇ ਸਮੂਹ ਕੁਟੁੰਬ ਪਰਿਵਾਰ ਸੰਯੁਕਤ ਗੁਰੂ ਕੇ ਲਾਹੌਰ ਆ ਪਹੁੰਚੇ ਹੈ। ਕਲਗੀਧਰ ਪਾਤਸ਼ਾਹ ਜੀ ਦੇ ਵਿਆਹ ਦੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਹਨ। ਹੁਣ ਲਾਹੌਰ ਨਗਰ ਦੇ ਵਿੱਚ ਗੁਰੂ ਕੇ ਲਾਹੌਰ ਵਿੱਚ ਸਥਿਤ ਸਤਿਗੁਰਾਂ ਦੀ ਬਰਾਤ ਦੀ ਉਡੀਕ ਪਏ ਕਰ ਰਹੇ ਹਨ ਮਾਨੀ। ਇਤਿਹਾਸ ਪ੍ਰਸੰਗ ਆਪਾਂ ਸਰਵਣ ਕਰ ਚੁੱਕੇ ਹਾਂ। ਅੱਗੋਂ ਪਾਵਨ ਕਥਾ ਦੀ ਆਰੰਭਤਾ ਹੋ ਰਹੀ ਹੈ। ਕਲਿਆਣਕਾਰੀ ਸਤਿਗੁਰਾਂ ਦਾ ਇਤਿਹਾਸ। ਗੁਰੂ ਜਸ ਸਰਵਣ ਕਰ ਲਾਹਾ ਪ੍ਰਾਪਤ ਕਰਨਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਇਤ ਸਤਿਗੁਰ ਸਭ ਰੀਤ ਕਰ। ਇੱਧਰ ਸ੍ਰੀ ਅਨੰਦਪੁਰ ਸਾਹਿਬ ਨਗਰੀ ਅੰਦਰ ਸਤਿਗੁਰਾਂ ਨੇ ਸਾਰੀ ਜਿਹੜੀ ਰੀਤ ਹੈ, ਮਰਜ਼ਾਦਾ ਹੈ, ਉਹ ਸੰਪੰਨ ਕੀਤੀ ਹੈ। ਜੋਗ ਮਾਤਨ ਹਰ ਖਾਏ। ਦੋਨੋਂ ਮਾਤਾਵਾਂ ਨੂੰ ਬੜਾ ਖੁਸ਼ ਕੀਤਾ। ਜਿਵੇਂ ਮਾਤਾਵਾਂ ਨੇ ਕਿਹਾ ਹੈ ਕੁਲ ਦੀ ਰੀਤ, ਕੁਲ ਦੀ ਮਰਜ਼ਾਦਾ, ਉਹ ਸਾਰੀ ਨਿਭਾਈ ਹੈ। ਕਰੀ ਵਿਆਹ ਤਿਆਰੀ ਸਕਲ। ਤੇ ਵਿਆਹ ਦੀ
ਸਾਰੀ ਤਿਆਰੀ ਕਰ ਲਈ ਗਈ। ਚਾਹੀਅਤ ਸੋ ਅਨਵਾਏ। ਜੋ ਵਸਤੂ ਤਹ ਪਦਾਰਥ ਚਾਹੀਦੇ ਸਨ, ਲੋੜੀ ਦੇ ਸਾਰੇ ਪਦਾਰਥ ਅਨਵਾ ਲਏ ਗਏ। ਲੋੜੀ ਦੇ ਸਾਰੇ ਪਦਾਰਥ ਮੰਗਵਾ ਲਏ ਗਏ। ਕਿਉ ਪਈ ਤਬਹਿ ਸੋ ਭਿਖੀਏ ਸ਼ਗਨ ਪਠਾਇਓ। ਤਦੋਂ ਭਿੱਖੀ ਗੋਤ ਦਾ ਭਾਈ ਹਰਜਸ, ਜੋ ਸਤਿਗੁਰਾਂ ਦਾ ਸਸੁਰ ਲੱਗਦਾ ਹੈ, ਉਸਨੇ ਗੁਰੂ ਕੇ ਲਾਹੌਰ ਨਗਰ ਤੋਂ ਕਲਗੀਧਰ ਪਾਤਸ਼ਾਹ ਸਤਿਗੁਰਾਂ ਦਾ ਸ਼ਗਨ ਭੇਜਿਆ ਹੈ। ਤੇਜ ਨਾਉ ਤਬ ਲੈ ਕਰ ਆਇਓ। ਜੋ ਉਹਨਾਂ ਸਮਿਆਂ ਦੀ ਮਰਜ਼ਾਦਾ ਸੀ, ਬ੍ਰਾਹਮਣ ਅਤੇ ਨਾਊ, ਨਾਈ ਜਿਹੜੇ ਰਾਜੇ ਲੋਕ ਕਹਿਲਵਾਉਂਦੇ ਐ, ਬ੍ਰਾਹਮਣ ਤੇ ਨਾਈ ਜਿਹੜਾ ਹੈ ਉਹ ਸ਼ਗਨ ਲੈ ਕੇ ਆਇਆ। ਭਲੇ ਸਦਨ ਕਰਵਾਇਓ ਡੇਰਾ। ਸਤਿਗੁਰਾਂ ਨੇ ਅੱਗੋਂ ਬੜੇ ਭਲੇ ਸੋਹਣੇ ਸਦਨ ਵਿੱਚ, ਘਰ ਦੇ ਵਿੱਚ ਤਿਨਾਂ ਦਾ ਡੇਰਾ ਲਗਵਾਇਆ, ਪੜਾ ਲਗਵਾਇਆ, ਆਦਰ ਦਿੱਤਾ, ਸਨਮਾਨ ਦਿੱਤਾ। ਖਾਨ ਪਾਨ ਪਾਠ ਸਵਾਦ ਬਡੇਰਾ। ਸਵਾਦਿਸ਼ਟ ਭੋਜਨ ਸ਼ਗਨ ਲੈ ਕੇ ਆਉਣ ਵਾਲੇ ਬ੍ਰਾਹਮਣ ਤੇ ਨਾਊ ਨੂੰ ਭੇਜਿਆ ਹੈ। ਸ੍ਰੀ ਗੁਜਰੀ ਸੁਨ ਮੰਗਲ ਠਾਨਾ। ਪਤਾ ਲੱਗਾ ਮਾਤਾ ਗੁਜਰੀ ਜੀ ਨੂੰ ਤੇ ਬਹੁਤ ਆਨੰਦਿਤ ਹੋਏ। ਪੁੱਤਰ ਦਾ ਸ਼ਗਨ ਆਇਆ ਜਾਣ, ਬੜੀ ਖੁਸ਼ੀ ਹੋਈ ਹੈ। ਕਰਿਓ ਹਕਾਰਨ ਗਣਕ ਸੁਜਾਨਾ। ਤਦੋਂ ਸੁਜਾਨਵਾਨ ਸਿਆਣਾ ਕਰਿਓ ਹਕਾਰਨ ਸਿੱਖ ਸੁਜਾਨਾ। ਸੁਜਾਨਵਾਨ ਸਿਆਣੇ ਜਿਹੜੇ ਗੁਰਸਿੱਖ ਹੈ, ਉਹਨਾਂ ਨੂੰ ਹਕਾਰਿਆ, ਸੱਦਿਆ। ਰੇਸ਼ਟ ਸਮਾ ਵਿਚਾਰ ਬਤਾਵਹੁ। ਤੇ ਕਿਹਾ ਗੁਰਸਿੱਖੋ, ਉਚਿਤ ਸਮਾਂ ਵਿਚਾਰ ਕੇ ਦੱਸੋ ਕਿ ਕਿਹੜਾ ਸਮਾਂ ਉਚਿਤ ਹੈ। ਗੁਰਸਿੱਖਾਂ ਨੂੰ ਮਾਤਾ ਜੀ ਨੇ ਕਿਹਾ, ਮਾਮ ਸੋਤ ਮਸਤਕ ਤਿਲਕ ਕਢਾਵਹੁ। ਤੇ ਮੇਰੇ ਪੁੱਤਰ ਦੇ ਮਸਤਿਸ਼ਕ ਦੇ ਉੱਪਰ ਇਹ ਵਿਆਹ ਦਾ ਜਿਹੜਾ ਸ਼ਗਨ ਆਇਆ, ਇਸ ਸ਼ਗਨ ਦਾ ਤਿਲਕ ਕੱਢਣਾ ਕਰੋ। ਪ੍ਰਾਤ ਪੰਚਮੀ ਵਿਪਰ ਉਚਾਰੀ। ਸਿੱਖ ਉਚਾਰੀ। ਗੁਰਸਿੱਖ ਕਹਿਣ ਲੱਗੇ, ਮਾਤਾ ਜੀ ਹੁਣ ਤੇ ਸ਼ਾਮਾਂ ਦਾ ਵੇਲਾ ਹੋ ਗਿਆ ਤੇ ਕੱਲ ਨੂੰ ਨਾਲੇ ਪੰਚਮੀ ਹੈ, ਬੜਾ ਸ਼ੁਭ ਦਿਨ ਹੈ, ਸ੍ਰੇਸ਼ਟ ਦਿਨ ਹੈ, ਤੇ ਕੱਲ ਨੂੰ ਆਪਾਂ ਸਤਿਗੁਰਾਂ ਦੇ ਇਹ ਸ਼ਗਨ ਦਾ ਤਿਲਕ ਲਾਵਾਂਗੇ। ਜਹ ਮਾਤਾ ਸਗਰੀ ਤਿਆਰੀ। ਮਾਤਾ ਸ਼੍ਰੀ ਜੀ ਸਾਰੀ ਜਿਹੜੀ ਤਿਆਰੀ ਹੈ ਉਹ ਕਰਵਾ ਲੈਣਾ ਕਰੋ। ਤੁਮਰੋ ਨੰਦਨ ਮੰਗਲ ਮੂਲ। ਆਪ ਜੀ ਦੇ ਨੰਦਨ ਪੁੱਤਰ ਧੰਨ ਕਲਗੀਧਰ ਪਾਤਸ਼ਾਹ ਜੀ ਮੰਗਲਾਂ ਦੇ ਮੂਲ ਹੈ, ਖੁਸ਼ੀਆਂ ਦੇ ਮੁੱਢ ਹੈ। ਸਤਿਗੁਰੂ ਜੀ ਸਾਰੀਆਂ ਖੁਸ਼ੀਆਂ ਦੇ ਮੁੱਢ ਹੈ। ਸਕਲ ਕੀਰਬਾਨ ਅਨਕੂਲ। ਤੇ ਜਿੰਨੇ ਵੀ ਜਿਹੜੇ ਦੇਵਤੇ ਹੈ, ਇਹਨਾਂ ਦੇ ਅਨੁਕੂਲ ਹੈ, ਅਨੁਸਾਰੀ ਹੈ। ਤਿੰਨਾਂ ਲੋਕਾਂ ਦੇ ਸਮੂਹ ਜਿਹੜੇ 33 ਕਰੋੜ ਦੇਵਤੇ ਹੈ, ਉਹ ਕਲਗੀਧਰ ਪਾਤਸ਼ਾਹ ਜੀ ਦੀ ਆਗਿਆ ਵਿੱਚ ਚੱਲਦੇ ਹੈ। ਨਾਮ ਗੁਰੂ ਕੋ ਬਿਗਨ ਬਿਨਾਸ਼ੀ। ਧੰਨ ਕਲਗੀਧਰ ਪਾਤਸ਼ਾਹ ਜੀ ਦਾ ਤੇ ਨਾਮ ਹੀ ਵਿਘਨਾਂ ਨੂੰ ਨਾਸ ਕਰਨ ਵਾਲਾ, ਵਿਘਨਾਂ ਨੂੰ ਮਿਟਣ ਵਾਲਾ। ਪੂਰਨ ਹੋਤਾ ਮਨੋਰਥ ਰਾਸੀ। ਰਾਸ ਨਾਮ ਸਾਰੇ ਜਿੰਨੇ ਵੀ ਮਨੋਰਥ ਹੈ, ਸੰਕਲਪ ਹੈ, ਮਾਤਾ ਜੀ ਉਹਨਾਂ ਨੂੰ ਪੂਰਨ ਕਰਨ ਵਾਲੇ ਹੈ ਸਤਿਗੁਰੂ ਜੀ। ਤਥਾ ਆਪ ਜੀ ਦੇ ਮਾਤਾ ਜੀ ਸਾਰੇ ਮਨੋਰਥ ਪੂਰਨ ਹੋਣ। ਸੁਨ ਗੁਜਰੀ ਮਨ ਹਰਖ ਨਾ ਥੋਰਾ। ਜਿਸ ਵੇਲੇ ਸੁਣਿਆ ਮਾਤਾ ਗੁਜਰੀ ਜੀ ਦੇ ਮਨ ਵਿੱਚ ਥੋੜੀ ਖੁਸ਼ੀ ਨਹੀਂ ਹੈ, ਪੁੱਤਰ ਦੀ ਮਹਿਮਾ ਸੁਣੀ ਹੈ ਤੇ ਬਹੁਤ ਪ੍ਰਸੰਨਤਾ ਹੈ ਮਨ ਵਿੱਚ।
ਭੇਜੀ ਸੋਧ ਸਭਹਿਨ ਕੀ ਓਰਾ। ਉਸ ਵੇਲੇ ਸਾਰਿਆਂ ਦੀ ਤਰਫ ਸੁਧ ਸੂਚਨਾ ਖਬਰ ਭੇਜੀ। ਕੀਰਤਪੁਰ ਤੇ ਸਕਲ ਹਕਾਰੀ। ਕੀਰਤਪੁਰ ਸਾਹਿਬ ਨਗਰੀ ਤੋਂ ਵੀ ਸਾਰੀਆਂ ਜਿਹੜੀਆਂ ਇਸਤਰੀਆਂ ਹਨ ਸੋਢੀਆਂ ਦੀਆਂ, ਬਾਬਾ ਸੂਰਜਮਲ ਜੀ ਦੇ ਪਰਿਵਾਰ ਵਿੱਚੋਂ, ਉਹ ਸਾਰੀਆਂ ਆਮੰਤਰਿਤ ਕੀਤੀਆਂ। ਮਾਤਾ ਜੀ ਨੇ ਸੱਦੀਆਂ। ਮਿਲੀ ਅਨੇਕ ਨਗਰ ਕੀ ਨਾਰੀ। ਹੋਰ ਵੀ ਨਗਰਾਂ ਦੀਆਂ ਇਸਤਰੀਆਂ ਆਈਆਂ। ਅਨੇਕਾਂ ਇਸਤਰੀਆਂ ਨਗਰੀ ਵਿੱਚੋਂ ਇਕੱਤਰਤ ਹੋ ਕੇ ਆਈਆਂ। ਬਾਦਿਤ ਅਨਕ ਰੀਤ ਬਜਵਾਏ। ਅਨੇਕ ਰੀਤ ਕਈਏ ਤਰ੍ਹਾਂ ਦੇ, ਨਾਨਾ ਤਰ੍ਹਾਂ ਦੇ ਬਾਜੇ ਵਜਾਏ ਗਏ। ਗੁਰੂ ਪੌਰ ਕੇ ਅਗਰ ਸੁਹਾਏ। ਸਤਿਗੁਰਾਂ ਦੇ ਘਰ ਦੇ ਪੌਰ ਦਰਵਾਜ਼ੇ ਦੇ ਅੱਗੇ ਬੜੇ ਸੁਹਾਏ ਹੈ, ਬੜੇ ਸੋਹਣੇ ਲੱਗੇ ਹੈ, ਬੜੇ ਚੰਗੇ ਲੱਗੇ। ਜਿਹੜੇ ਨਾਨਾ ਤਰ੍ਹਾਂ ਦੇ ਬਾਜੇ ਗੁਰੂ ਘਰ ਦੇ ਦਰਵਾਜ਼ੇ ਦੇ ਅੱਗੋਂ ਵਜਾਏ ਗਏ। ਨਿਸ ਮਹਿ ਮਿਲਹਿ ਚਾਰ ਗਨ ਨਾਰੀ। ਜਦੋਂ ਰਾਤ ਪਈ ਤੇ ਚਾਰ ਕਈ ਸੁੰਦਰ ਸਰੂਪ ਵਾਲੀਆਂ ਗਣ ਸਮੂਹ ਨਾਰ ਇਸਤਰੀਆਂ ਘਰ ਵਿੱਚ ਆ ਇਕੱਤਰਤ ਹੋਈਆਂ। ਏਕ ਨਾਚਤ ਹੈ ਦੇ ਕਰ ਤਾਰੀ। ਇੱਕ ਤਾੜੀਆਂ ਵਜਾ ਕੇ ਨੱਚ ਰਹੀਆਂ, ਨਿਰਤਕਾਰੀ ਕਰ ਰਹੀਆਂ। ਵਿਆਹ ਦੇ ਸਮੇਂ ਇਸਤਰੀਆਂ ਜਿਹੜੀਆਂ ਉਹ ਰਾਤ ਨੂੰ ਇਕੱਤਰਤ ਹੋ ਕੇ ਤੇ ਵਿਆਹ ਦੇ ਗੀਤ ਗਾਉਂਦੀਆਂ ਹਨ। ਕਲਗੀਧਰ ਪਾਤਸ਼ਾਹ ਸਤਿਗੁਰਾਂ ਦੇ ਵਿਆਹ ਵਿੱਚ ਵੀ ਸੋਢੀਆਂ ਦੀਆਂ ਇਸਤਰੀਆਂ ਇਕੱਤਰਤ ਹੋਈਆਂ ਹਨ, ਤਥਾ ਹੋਰ ਬੇਦੀ ਤੇਣ ਭੱਲਿਆਂ ਦੀਆਂ ਵੀ ਇਸਤਰੀਆਂ ਆਈਆਂ ਹਨ। ਉਹ ਵੀ ਰਾਤ ਨੂੰ ਸਾਰੀਆਂ ਇਸਤਰੀਆਂ ਮਿਲ ਕੇ ਤੇ ਤਾੜੀਆਂ ਦੇ ਵਜਾ ਵਜਾ ਕੇ ਨੱਚਦੀਆਂ ਤੇ ਨਾਲੇ ਵਿਆਹ ਦੇ ਗੀਤ ਗਾਉਂਦੀਆਂ। ਤੇਰੀ ਗੁਜਰੀ ਸਭ ਕੋ ਸਨਮਾਨੈ। ਮਾਤਾ ਗੁਜਰੀ ਜੀ ਨੇ ਆਈਆਂ ਹੋਈਆਂ ਸਾਰੀਆਂ ਇਸਤਰੀਆਂ ਦਾ ਸਨਮਾਨ ਕੀਤਾ, ਆਦਰ ਕੀਤਾ। ਮੁਖ ਤੇ ਕੋਮਲ ਬਾਤ ਬਖਾਨੈ। ਤੇ ਮੁਖੋਂ ਬੜੇ ਕੋਮਲ ਬਚਨ ਬੋਲਦੇ ਆ ਮਾਤਾ ਜੀ। ਸਾਰੀਆਂ ਇਸਤਰੀਆਂ ਨੂੰ ਮਿੱਠੇ ਸ਼ਬਦ ਬੋਲਦੇ ਆ, ਮਿੱਠੇ ਬੋਲ ਬੋਲ ਕੇ ਸਨਮਾਨ ਆਦਰ ਦਿੰਦੇ ਐ। ਆਜ ਦਿਵਸ ਪਰ ਮੈਂ ਬਲਿਹਾਰੀ। ਮਾਤਾ ਜੀ ਕਹਿੰਦੇ ਐ ਕਿ ਅੱਜ ਦੇ ਦਿਨ ਮੈਂ ਬਲਿਹਾਰ ਜਾਨੀ ਆ, ਸਦਕੇ ਜਾਨੀ ਆ। ਸੁਤ ਸ਼ਾਦੀ ਹਿਤ ਹਰਖਤ ਨਾਰੀ। ਸੁਤ ਪੁੱਤਰ ਦੀ ਸ਼ਾਦੀ ਵਿੱਚ, ਪੁੱਤਰ ਦੇ ਵਿਆਹ ਦੇ ਵਿੱਚ ਇਹ ਪ੍ਰਸੰਨਤਾ ਪੂਰਵਕ ਇਸਤਰੀਆਂ ਇਕੱਤਰਤ ਹੋਈਆਂ ਹਨਗੀਆਂ। ਮੈਂ ਬਲਿਹਾਰ ਜਾਵਾਂ, ਸਦਕੇ ਜਾਵਾਂ। ਤਬ ਅਨਵਾਏ ਘਨੋ ਮਿਸ਼ਟਾਨਾ। ਜਦੋਂ ਸਾਰੀਆਂ ਇਸਤਰੀਆਂ ਇਕੱਠੀਆਂ ਹੋ ਕੇ ਗਾ ਰਹੀਆਂ ਖੁਸ਼ੀ ਦੇ ਵਿਆਹ ਦੇ ਗੀਤ, ਤੇ ਮਾਤਾ ਜੀ ਨੇ ਜਿਹੜੇ ਹਲਵਾਈ ਲਾ ਕੇ ਮਿਸ਼ਟਾਨ ਤਿਆਰ ਕਰਵਾਇਆ ਹੋਇਆ ਸੀ, ਕਿਧਰੇ ਬੂੰਦੀ, ਕਿਧਰੇ ਲੱਡੂ, ਗੋਂਦਵੇਂ ਲੱਡੂ, ਹੋਰ ਨਾਨਾ ਤਰ੍ਹਾਂ ਦੇ ਪਦਾਰਥ ਘਰ ਵਿੱਚ ਤਿਆਰ ਕਰਵਾ ਕੇ ਰੱਖੇ ਹੋਏ ਸਨ। ਉਹ ਆਈਆਂ ਹੋਈਆਂ ਇਸਤਰੀਆਂ ਨੂੰ ਭਾਜੀ ਦੇ ਕੇ ਤੋਰਨ ਵਾਸਤੇ ਮਠਿਆਈ ਮੰਗਵਾਈ ਹੈ। ਬੰਟਵਾ ਇਸ ਕਰ ਆਨੰਦ ਮਹਾਨਾ। ਤੇ ਸਾਰੀਆਂ ਇਸਤਰੀਆਂ ਦੇ ਵਿੱਚ ਉਹ ਮਠਿਆਈ ਵੰਡੀ ਹੈ ਤੇ ਬੜਾ ਆਨੰਦ ਹੋਇਆ, ਬੜੀ ਖੁਸ਼ੀ, ਬੜੀ ਪ੍ਰਸੰਨਤਾ ਹੋਈ ਹੈ। ਭਈ ਪ੍ਰਾਤ ਪੁਨ ਹਿਤ ਸਭ ਹੀ ਕਾ। ਪ੍ਰਾਤ ਹੋਈ, ਸਵੇਰ ਹੋਈ ਜਿਸ ਵੇਲੇ ਤਾਂ ਉਮੰਗਤ ਭਇਓ ਹਰਖ ਸਭ ਜੀ ਕਾ। ਸਾਰੇ ਜੀ ਜਿੰਨੇ ਪਰਿਵਾਰ ਦੇ ਸੰਬੰਧੀ ਗਣ ਇਕੱਤਰਤ ਹੋਏ ਸਨ, ਸਾਰਿਆਂ ਦਾ ਹਿਰਦਾ ਉਮੰਗਿਆ, ਉਤਸ਼ਾਹਤ ਹੋਇਆ। ਕਿਉਂਕਿ ਵਿਆਹ ਵਿੱਚ ਜਿੱਥੇ ਸੰਗਤਾਂ ਬਹੁਤ ਇਕੱਤਰਤ ਹੋਈਆਂ, ਉੱਥੇ ਗੁਰੂ ਘਰ ਦੇ ਜਿਹੜੇ ਸੰਬੰਧੀ ਹਨਗੇ ਉਹ ਵੀ ਆ ਪਹੁੰਚੇ ਹੈ। ਸੋਢੀ ਤੇਣ ਭੱਲੇ ਬੇਦੀ ਇਹ ਵੀ ਆਏ ਹੈ।
ਸੋਢੀਆਂ ਵਿੱਚੋਂ ਜਿਹੜੇ ਹੋਰ ਪਰਿਵਾਰ ਦੇ ਸੰਬੰਧੀ ਹੈ ਉਹ ਵੀ ਆਏ ਆ, ਜੈਸੇ ਸਤਿਗੁਰਾਂ ਦੇ ਭੂਆ ਜੀ ਵੀ ਆਏ, ਬੀਬੀ ਵੀਰੋ। ਇਸੇ ਤਰ੍ਹਾਂ ਫੁੱਫੜ ਭਾਈ ਸਾਧੂ ਉਹ ਵੀ ਆਇਆ, ਭੂਆ ਦੇ ਪੁੱਤਰ ਭਾਈ ਸੰਗੋ ਸ਼ਾਹ ਜੀਤਮਲ ਆਦਿ ਕਰਕੇ ਉਹ ਵੀ ਆਏ ਹੈ। ਬਾਬਾ ਸੂਰਜਮਲ ਜੀ ਦੇ ਪੋਤਰੇ ਗੁਲਾਬ ਰਾਏ ਸਿਆਮਦਾਸ ਉਹ ਵੀ, ਇਹ ਸਾਰਾ ਪਰਿਵਾਰ ਹੈ ਨਾ ਸੋਢੀਆਂ ਦਾ, ਉਹ ਵੀ ਸਾਰੇ ਆਏ ਹਨਗੇ। ਸਾਰਾ ਕੁਟੁੰਬ ਪਰਿਵਾਰ ਇਕੱਤਰਤ ਹੋਇਆ ਅਨੰਦਪੁਰ ਸਾਹਿਬ ਨਗਰੀ ਅੰਦਰ। ਨਾਰ ਸੁਹਾਗਨ ਬ੍ਰਿੰਦ ਹਕਾਰੀ। ਜਦੋਂ ਪ੍ਰਾਤ ਹੋਈ, ਸਵੇਰ ਹੋਈ, ਤੇ ਮਾਤਾ ਗੁਜਰੀ ਜੀ ਨੇ ਬਹੁਤੀਆਂ ਸੁਹਾਗਣ ਇਸਤਰੀਆਂ ਸੱਦੀਆਂ। ਬਸਨ ਬਿਭੂਖਨ ਸੁੰਦਰ ਧਾਰੀ। ਜਿਨ੍ਹਾਂ ਨੇ ਬੜੇ ਸੋਹਣੇ ਬਸਤਰ ਪਾਏ ਐ ਤੇ ਬੜੇ ਸੋਹਣੇ ਗਹਿਣੇ ਧਾਰਨ ਕੀਤੇ ਐ। ਮੰਗਲ ਮੂਲ ਧਰਾਇਸ ਢੋਲੂ। ਤੇ ਮੰਗਲਾਂ ਦਾ ਜਿਹੜਾ ਮੂਲ ਹੈ, ਮੁੱਢ ਹੈ ਢੋਲ, ਉਹ ਘਰ ਦੇ ਵਿੱਚ ਰਖਵਾਇਆ ਹੈ ਢੋਲ ਵਜਾਉਣ ਵਾਸਤੇ। ਬਾਜਨ ਲਗਿਓ ਗਾਏ ਸੁਠ ਬੋਲੂ। ਤੇ ਸੁੰਦਰ ਆਵਾਜ਼ ਵਿੱਚ ਇਸਤਰੀਆਂ ਬੋਲਦੀਆਂ, ਗੀਤ ਗਾਉਂਦੀਆਂ, ਢੋਲ ਵੱਜਣ ਲੱਗਾ, ਇਸਤਰੀਆਂ ਗੀਤ ਗਾਉਣ ਲੱਗੀਆਂ। ਲਾਗ ਨਿਸ਼ਾਨ ਅਰ ਬੱਜੀ ਨਫੀਰੈ। ਛੋਟੇ ਨਿਸ਼ਾਨ, ਛੋਟੇ ਜਿਹੜੇ ਨਗਾਰੇ ਹੁੰਦੇ ਆ ਉਹ ਵੀ ਵੱਜੇ ਆਣਗੇ, ਦਰਵਾਜ਼ੇ ਮੂਹਰੇ ਰੱਖੇ ਹੋਏ। ਤੇ ਨਫੀਰੀਆਂ ਤੂਤੀਆਂ ਜਿਹੜੀਆਂ ਉਹ ਵੀ ਵਜਾਈਆਂ ਗਈਆਂ। ਪਹਿਰੇ ਚੀਰਾ ਨਵੀਨ ਸਰੀਰੈ। ਇਸਤਰੀਆਂ ਨੇ ਨਵੀਨ ਨਵੇਂ ਵਸਤਰ ਤਨ ਸਰੀਰ ਤੇ ਧਾਰਨ ਕੀਤੇ ਹੋਏ ਐ। ਕੋਕਿਲ ਕੰਠੀ ਮੇਲ ਮੇਲ ਟੋਲੀ। ਕੋਇਲ ਵਰਗੀਆਂ ਜਿਨ੍ਹਾਂ ਦੀਆਂ ਆਵਾਜ਼ਾਂ ਹਨਗੀਆਂ, ਕੋਇਲ ਵਰਗੇ ਜਿਨ੍ਹਾਂ ਦੇ ਕੰਠ ਗਲ ਹਨ, ਤੇ ਮਿਲ ਮਿਲ ਕੇ ਇਕੱਤਰਤ ਹੋ ਕੇ ਟੋਲੀਆਂ ਬੰਨ ਬੰਨ ਕੇ ਆਉਂਦੀਆਂ। ਉਮੰਗਤ ਆਨੰਦ ਵਧਾਈ ਬੋਲੀ। ਤੇ ਮਨ ਵਿੱਚ ਬੜਾ ਆਨੰਦ ਉਮੰਗਦਾ ਹੈ, ਪੈਦਾ ਹੁੰਦਾ ਹੈ, ਤੇ ਬੋਲੀਆਂ ਪਾਉਂਦੀਆਂ ਆ ਕੇ। ਮਾਨ ਸੌ ਗੁਣੀ ਸੀਸ ਚੜਾਵਤ। ਜਦੋਂ ਵਧਾਈਆਂ ਦਿੰਦੀਆਂ ਹਨ ਮਾਤਾ ਗੁਜਰੀ ਜੀ ਨੂੰ ਆ ਕੇ, ਤੇ ਮਾਤਾ ਜੀ 100 ਗੁਣ ਸੀਸ ਤੇ ਚੜਾ ਕੇ ਦਿੱਤੀ ਹੋਈ ਇਸਤਰੀਆਂ ਵੱਲੋਂ ਵਧਾਈ ਸਵੀਕਾਰ ਕਰਦੇ ਐ। ਗੁਜਰੀ ਆਨੰਦ ਕਹਿਓ ਨਹਿ ਜਾਵਤ। ਮਾਤਾ ਗੁਜਰੀ ਜੀ ਦੇ ਹਿਰਦੇ ਦਾ ਆਨੰਦ ਕਿਹਾ ਨਹੀਂ ਜਾ ਸਕਦਾ, ਬਿਆਨ ਨਹੀਂ ਕੀਤਾ ਜਾ ਸਕਦਾ। ਅਨੰਦਪੁਰ ਸਾਹਿਬ ਨਗਰੀ ਅੰਦਰ ਏਡੀਆਂ ਵੱਡੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ। ਪ੍ਰਤੀ ਦਿਨ ਖੁਸ਼ੀ ਖੇੜਾ ਵੱਧਦਾ ਜਾਂਦਾ ਹੈ। ਅਨੰਦਪੁਰ ਸਾਹਿਬ ਨਗਰੀ ਆਨੰਦਾਂ ਦਾ ਘਰ ਬਣੀ ਹੋਈ ਹੈ। ਬਾਦਿਤ ਬਜਤ ਸ਼ਰਵਨ ਸਭ ਪੂਰਾ। ਬੜੇ ਵਾਜੇ ਵੱਜ ਰਹੇ ਹਨ, ਸਾਰਿਆਂ ਦੇ ਕੰਨ ਜਿਹੜੇ ਆ ਉਹ ਵਾਜਿਆਂ ਦੀ ਆਵਾਜ਼ ਨਾਲ ਪੂਰੇ ਭਰੇ ਹੋਏ ਐ। ਯਹ ਕਹਿ ਉਤਸਵ ਮਾਚਹਿ ਰੂਰਾ। ਜਿੱਥੇ ਕਿਥੇ ਬੜਾ ਰੂਰਾ ਸੁੰਦਰ ਉਤਸਵ ਮਚ ਰਿਹਾ ਹੈ, ਭਾਵ ਖੁਸ਼ੀਆਂ ਹੋ ਰਹੀਆਂ। ਇਸਤਰੀਆਂ ਘਰਾਂ ਵਿੱਚ ਖੁਸ਼ੀ ਦੇ ਗੀਤ ਗਾ ਰਹੀਆਂ। ਬਾਹਰ ਅਨੰਦਪੁਰ ਸਾਹਿਬ ਨਗਰੀ ਅੰਦਰ ਨਾਨਾ ਤਰ੍ਹਾਂ ਦੀਆਂ ਖੁਸ਼ੀਆਂ ਪੁਰਸ਼ ਜਿਹੜੇ ਆ ਉਹ ਮਨਾ ਰਹੇ ਆ। ਤਰ੍ਹਾਂ ਤਰ੍ਹਾਂ ਦੀ ਨਿਰਤਕਾਰੀ ਕਰਨ ਵਾਲੇ ਨਟ ਬਾਜੀਗਰ ਆਦਿ ਲੋਕ ਬਾਜੀਆਂ ਆ ਕੇ ਪਾ ਰਹੇ, ਨਿਰਤਕਾਰੀਆਂ ਕਰ ਰਹੇ ਹਨਗੇ। ਸੋ ਇਸ ਤਰ੍ਹਾਂ ਬੜਾ ਵੱਡਾ ਖੁਸ਼ੀ ਦਾ ਮਾਹੌਲ ਸ੍ਰੀ ਅਨੰਦਪੁਰ ਸਾਹਿਬ ਨਗਰੀ ਅੰਦਰ ਕਲਗੀਧਰ ਪਾਤਸ਼ਾਹ ਜੀ ਦੇ ਵਿਆਹ ਤੇ ਸਿਰਜਿਆ ਗਿਆ ਹੈ। ਸੂਖਮ ਬਸਤਰ ਕੁਸੁੰਬੀ ਬਰਨ। ਬੜੇ ਪਤਲੇ ਬਸਤਰ ਹੈ ਤੇ ਕੁਸੁੰਬੀ ਰੰਗ ਦੇ ਬਸਤਰ ਹਨਗੇ, ਸੂਹੇ ਰੰਗ ਦੇ, ਲਾਲ ਰੰਗ ਦੇ ਬਸਤਰ ਇਸਤਰੀਆਂ ਧਾਰਨ ਕੀਤੇ ਹੈ। ਪਹਿਰਨ ਕਰੇ ਚਾਰ ਆਭਰਨ। ਫਿਰ ਬੜੇ 4 ਸੁੰਦਰ ਆਭਰਨ ਗਹਿਣੇ ਉਹ ਵੀ ਧਾਰਨ ਕੀਤੇ ਹੋਏ ਹੈ। ਮਧੁਰ ਬਚਨ ਤੇ ਚੰਪਕ ਬਰਨੀ। ਮਦ ਮਿੱਠੇ ਬਚਨ ਬੋਲਦੀਆਂ ਹਨ ਇਸਤਰੀਆਂ, ਤੇ ਚੰਪਕ ਬਰਨੀ, ਚੰਪਕ ਚੰਬੇ ਵਰਗੇ ਜਿਨ੍ਹਾਂ ਦੇ ਰੰਗ ਹੈ।
ਭਾਵ ਕਿ ਐ ਸਵੈਦ ਚਿੱਟੇ ਰੰਗ ਦੀਆਂ ਸੁੰਦਰ ਇਸਤਰੀਆਂ ਤੇ ਲਾਲ ਰੰਗ ਦੇ ਵਸਤਰ ਉਹਨਾਂ ਨੇ ਧਾਰਨ ਕੀਤੇ ਹੋਏ ਐ। ਗਾਰੀ ਦੇਤਾ ਮਿਲੀ ਗਨ ਤਰਨੀ। ਬਹੁਤੀਆਂ ਇਸਤਰੀਆਂ ਮਿਲੀਆਂ ਹੋਈਆਂ ਵਿਆਹ ਦੇ ਖੁਸ਼ੀ ਦੇ ਗੀਤ ਗਾਉਂਦੀਆਂ ਤੇ ਸਿੱਠਣੀਆਂ ਦਿੰਦੀਆਂ। ਪੁਨ ਗੁਜਰੀ ਨਿਜ ਪੁੱਤਰ ਹਕਾਰਾ। ਜਦੋਂ ਸੁਹਾਗਣ ਇਸਤਰੀਆਂ ਇਕੱਤਰਤ ਹੋ ਗਈਆਂ ਆ ਕੇ ਤੇ ਮਾਤਾ ਗੁਜਰੀ ਜੀ ਨੇ ਪੁੱਤਰ ਧੰਨ ਕਲਗੀਧਰ ਪਾਤਸ਼ਾਹ ਜੀ ਨੂੰ ਸੱਦਿਆ। ਵਿਪਰ ਜਾਏ ਸਭ ਭੇਵ ਉਚਾਰਾ। ਤੇ ਜਿਹੜਾ ਦਇਆ ਰਾਮ ਗੁਰੂ ਘਰ ਦਾ ਪੁਰੋਹਿਤ ਹੈ ਉਹਨੇ ਜਾ ਕੇ ਸਾਰਾ ਭੇਦ ਦੱਸਿਆ। ਮਾਤਾ ਜੀ ਆਮੰਤਰਿਤ ਕਰਦੇ ਐ। ਲੈ ਕਰ ਸੰਗੋ ਸੰਗ ਕਿਰਪਾਲ। ਤੇ ਆਪਣੇ ਭੂਆ ਦੇ ਪੁੱਤਰ ਭਰਾ ਭਾਈ ਸੰਗੋ ਸ਼ਾਹ ਜੀ ਨੂੰ ਨਾਲ ਲਿਆ ਸਤਿਗੁਰਾਂ ਨੇ। ਮਾਮਾ ਕਿਰਪਾਲ ਚੰਦ ਜੀ ਨੂੰ ਨਾਲ ਲਿਆ ਸਤਿਗੁਰਾਂ ਨੇ। ਆਏ ਮਾਤਾ ਸਮੀਪ ਕਿਰਪਾਲ। ਤੇ ਕਿਰਪਾਲੂ ਧੰਨ ਕਲਗੀਧਰ ਪਾਤਸ਼ਾਹ ਜੀ ਭਰਾ ਤੇ ਮਾਮਾ ਜੀ ਦੇ ਨਾਲ ਮਾਤਾ ਜੀ ਦੇ ਕੋਲ ਘਰ ਵਿੱਚ ਜਿੱਥੇ ਚਾਰ ਚਫੇਰੇ ਇਸਤਰੀਆਂ ਹੀ ਇਸਤਰੀਆਂ ਇਕੱਤਰਤ ਹਨ, ਸਤਿਗੁਰੂ ਜੀ ਉੱਥੇ ਪਹੁੰਚੇ ਹੈ। ਚੌਂਕੀ ਚੰਦਨ ਚਾਰ ਡਸਾਈ। ਬਹੁਤ ਸੁੰਦਰ ਚੰਦਨ ਦੀ ਬਣੀ ਹੋਈ ਚੌਂਕੀ ਡਾਈ ਹੋਈ ਹੈ ਸਤਿਗੁਰਾਂ ਦੇ ਇਸ਼ਨਾਨ ਵਾਸਤੇ। ਕਹਿ ਤਿਸ ਪਰ ਗੁਰ ਦੀਨ ਬਿਠਾਈ। ਮਾਤਾ ਜੀ ਨੇ ਕਹਿ ਕੇ ਕਲਗੀਧਰ ਪਾਤਸ਼ਾਹ ਜੀ ਨੂੰ ਚੰਦਨ ਦੀ ਚੌਂਕੀ ਤੇ ਬਿਠਾ ਲਿਆ। ਸ਼ਗੁਨ ਥਾਰ ਮਹਿ ਦਿਜਬਰ ਲਿਆਇਓ। ਤੇ ਜਿਹੜਾ ਦਿਜਬਰ ਸੀ, ਜਿਹੜਾ ਬ੍ਰਾਹਮਣ ਸੀ, ਉਹ ਸ਼ਗਨ ਦਾ ਸਾਰਾ ਸਮਾਨ ਥਾਲ ਵਿੱਚ ਰੱਖ ਕੇ ਲਿਆਇਆ ਹੈ। ਜਿਹੜਾ ਭਾਈ ਹਰਜਸ ਜੀ ਵੱਲੋਂ ਗੁਰੂ ਕੇ ਲਾਹੌਰ ਤੋਂ ਸਤਿਗੁਰਾਂ ਦੇ ਸਸਰ ਵੱਲੋਂ ਸ਼ਗਨ ਭੇਜਿਆ ਗਿਆ ਹੈ ਨਾ, ਉਹ ਸ਼ਗਨ ਲੈ ਕੇ ਆਇਆ ਹੈ। ਕਰਮ ਜਥੋ ਚਿਤ ਸਭ ਕਰਵਾਇਓ। ਤੇ ਜਥੋ ਉਚਿਤ ਜੋ ਜੋਗ ਬਣਦਾ ਸੀ ਕੁਲ ਦੀ ਮਰਜ਼ਾਦਾ ਅਨੁਸਾਰ ਸਾਰਾ ਸ਼ਗਨ ਕੀਤਾ ਹੈ। ਬਾਹਰ ਨਿਕਾਸਿਓ ਮਸਤਕ ਟੀਕਾ। ਤੇ ਉਪਰੰਤ ਫਿਰ ਮਸਤਿਸ਼ਟ ਦੇ ਉੱਪਰ ਸਤਿਗੁਰਾਂ ਦੇ ਜਿਹੜਾ ਟਿੱਕਾ ਹੈ, ਤਿਲਕ ਹੈ, ਉਹ ਲਾਉਣਾ ਕੀਤਾ। ਸ਼ਗਨ ਸਾਰਾ ਜਿਵੇਂ ਕਰਦੇ ਹਨਗੇ, ਲਾੜੇ ਨੂੰ ਬਿਠਾ ਕੇ ਜਿਸ ਤਰ੍ਹਾਂ ਉਹ ਸ਼ਗਨ ਕਰੀਦਾ, ਮਿੱਠਾ ਮੂੰਹ ਵਿੱਚ ਪਾਈਦਾ, ਜਿਵੇਂ ਤਿਲਕ ਲਾਈਦਾ, ਉਹ ਸਾਰੀ ਮਰਜ਼ਾਦਾ ਜਿਹੜੀ ਆ ਉਹ ਕੀਤੀ ਹੈ। ਅਸ਼ਤ ਲਾਏ ਸੁਹਾਵਤ ਨੀਕਾ। ਤੇ ਚੌਲ ਅਛਤ ਨਾਮੇ ਚੌਲ ਕੇਸਰ ਦੇ ਨਾਲ ਭਿਉਂ ਕੇ ਮੱਥੇ ਦੇ ਉੱਪਰ ਲਾਏ ਹੈ। ਤੇ ਇਹ ਜਿਹੜਾ ਤਿਲਕ ਸਤਿਗੁਰਾਂ ਦੇ ਮੱਥੇ ਤੇ ਲੱਗਾ ਹੈ ਉਹ ਬੜਾ ਨੀਕਾ, ਬੜਾ ਸੋਹਣਾ, ਬੜਾ ਸੁੰਦਰ ਫੱਬ ਰਿਹਾ ਹੈ। ਕੇਸ ਰਾਹੋ ਨੇ ਸਸ ਜਾਨ ਗਹਿਓ। ਤੇ ਉਹ ਤਿਲਕ ਦੀ ਸ਼ੋਭਾ ਕੈਸੀ ਬਣ ਰਹੀ ਹੈ, ਕਵੀ ਜੀ ਕਾਵਿ ਬੰਦ ਕਰਦੇ ਫਰਮਾਉਂਦੇ, ਕਹਿੰਦੇ ਕੇਸ ਰਾਹੋ ਨੇ ਸਸ ਜਨ ਗਹਿਓ। ਜਿਹੜਾ ਸਤਿਗੁਰਾਂ ਦੇ ਮੱਥੇ ਤੇ ਅਛਤ ਦਾ ਚੌਲ ਕੇਸਰ ਚ ਭਿਉਂ ਕੇ ਤਿਲਕ ਲਾਇਆ ਗਿਆ ਹੈ ਨਾ, ਉਹ ਜਿਹੜੇ ਸਵੇਦ ਰੰਗ ਦੇ ਚੌਲ ਹੈ ਉਹ ਤੇ ਮਾਨੋ ਸੱਸ ਹੈ, ਉਹ ਤੇ ਮਾਨੋ ਚੰਦਰਮ ਹੈ। ਤੇ ਗੁਰਾਂ ਦੇ ਜਿਹੜੇ ਕਾਲੇ ਕੇਸ ਹੈ ਉਹ ਜਦੋਂ ਹਿੱਲ ਕੇ ਚੌਲਾਂ ਦੇ ਉੱਪਰ ਆ ਕੇ ਲੱਗੇ ਹੈ, ਮਾਨੋ ਇਹ ਕਾਲੇ ਕੇਸ ਰਾਹੂ ਦੀ ਨਿਆਈ ਹੈ। ਤੇ ਚੌਲਾਂ ਰੂਪੀ ਚੰਦਰਮਾ ਨੂੰ ਜਿਨ੍ਹਾਂ ਨੇ ਗ੍ਰਸ ਲਿਆ ਹੈ, ਖੰਡ ਖੰਡ ਕਰ ਖੈਬੇ ਚਾਹਿਓ। ਤੇ ਰਾਹੂ ਜਿਹੜਾ ਹੈ ਇਹ ਚੰਦਰਮਾ ਰੂਪੀ ਚੌਲਾਂ ਨੂੰ ਖੰਡ ਖੰਡ ਕਰਕੇ ਨਾਸ ਕਰਨਾ ਚਾਹੁੰਦਾ ਹੈ। ਸੋਡ ਕਰੇ ਅੰਮ੍ਰਿਤ ਬਾਲ ਭਰੇ। ਪਰ ਸੋ ਉਹ ਜਿਹੜੇ ਚੌਲਾਂ ਦੇ ਡੱਕਰੇ ਹੈ, ਭਾਵ ਟੋਟੇ ਚੰਦਰਮਾ ਦੇ ਜਿਹੜੇ ਚੌਲ ਹੈ, ਮਾਨੋ ਚੰਦਰਮਾ ਦੇ ਡੱਕਰੇ ਹੈ, ਉਹ ਅੰਮ੍ਰਿਤ ਦੇ ਬਲ ਨਾਲ ਭਰੇ ਹੋਏ। ਜਿਹੜਾ ਕੇਸਰ ਰਗੜਿਆ ਹੋਇਆ ਹੈ ਨਾ, ਘਸਾਇਆ ਹੋਇਆ,
ਤੇ ਉਹ ਕੇਸਰ ਦੇ ਵਿੱਚ ਭਿੱਜੇ ਹੋਏ ਹੋਣੇ ਕਰਕੇ ਮਾਨੋ ਇਸ ਕੇਸਰ ਰੂਪੀ ਅੰਮ੍ਰਿਤ ਦੇ ਬਲ ਨਾਲ ਭਰੇ ਹੈ। ਭਾਜ ਸਦਨ ਸੁਰ ਗੁਰ ਕੇ ਬਰੇ। ਤੇ ਮਾਨੋ ਇਹ ਚੌਲਾਂ ਰੂਪੀ ਚੰਦਰਮਾ ਜਿਹੜਾ ਹੈ ਨਾ, ਇਹ ਭੱਜ ਕੇ ਤੇ ਸੁਰਗੁਰ ਜਿਹੜਾ ਬ੍ਰਹਸਪਤ ਦੇਵਤਾ ਹੈ, ਦੇਵਤਿਆਂ ਦਾ ਗੁਰੂ, ਉਹਦੇ ਘਰ ਵਿੱਚ ਵੜ ਗਏ। ਕਿਉਂਕਿ ਬ੍ਰਹਸਪਤ ਦਾ ਘਰ ਜਿਹੜਾ ਹੈ ਨਾ, ਉਹ ਪੀਲੇ ਰੰਗ ਦਾ ਮੰਨਿਆ ਹੋਇਆ, ਤੇ ਚੰਦਨ ਘਸਾ ਕੇ ਜਿਹੜਾ ਤਿਲਕ ਬਣਾਇਆ ਗਿਆ ਉਹ ਵੀ ਪੀਲੇ ਰੰਗ ਦਾ। ਮਾਨੋ ਇਹ ਚੌਲਾਂ ਰੂਪੀ ਚੰਦਰਮਾ ਜਿਹੜਾ ਹੈ, ਇਹ ਕੇਸਰ ਰੂਪੀ ਪੀਲੇ ਰੰਗ ਦਾ ਘਰ ਜਿਹੜਾ ਬ੍ਰਹਸਪਤ ਦਾ, ਉਹਦੇ ਵਿੱਚ ਜਾ ਵੜੇ। ਅਰਥਾਤ ਕੇਸਰ ਨਾਲ ਭਿੱਜੇ ਚੌਲ ਹੈ ਨਾ, ਤੇ ਕੇਸਾਂ ਰੂਪੀ ਰਾਹੂ ਗ੍ਰਸ ਕੇ ਇਹਨਾਂ ਨੂੰ ਨਾਸ ਕਰਿਆ ਤੇ ਚਾਹੁੰਦਾ, ਪਰ ਉਹ ਨਹੀਂ ਡਿੱਗਦੇ, ਮੱਥੇ ਨਾਲ ਚਿੰਬੜ ਗਏ ਆ। ਕੇਸਰ ਨਾਲ ਲੱਗਾ ਹੋਇਆ ਨਾ ਇਸ ਵਾਸਤੇ। ਐਸਾ ਸੁੰਦਰ ਸੋਹਣਾ ਗੁਰਾਂ ਦੇ ਵਿਆਹ ਦਾ ਇਹ ਜਿਹੜਾ ਸ਼ਗਨ ਦਾ ਤਿਲਕ ਲਾਇਆ ਗਿਆ ਹੈ। ਜਬ ਦਿਜ ਦਿਓ ਬਦਨ ਮਹਿ ਮੋਦਕ। ਫਿਰ ਬ੍ਰਾਹਮਣ ਨੇ ਸਤਿਗੁਰਾਂ ਦੇ ਮੁਖ ਵਿੱਚ ਮੋਦਕ ਦਿੱਤਾ, ਲੱਡੂ ਪਾਇਆ। ਭਇਓ ਸਮਾ ਸਭ ਹੋਂ ਤਬ ਮੋਦਕ। ਤੇ ਸਾਰਿਆਂ ਨੂੰ ਮੋਦਕ ਖੁਸ਼ੀ ਪ੍ਰਸੰਨਤਾ ਦੇਣ ਵਾਲਾ ਸਮਾਂ ਆ ਪ੍ਰਾਪਤ ਹੋਇਆ। ਮਿਲ ਮਿਲ ਗੀਤ ਨਾਗਰੀ ਗਾਵਤ। ਚਤੁਰ ਇਸਤਰੀਆਂ ਮਿਲ ਮਿਲ ਖੁਸ਼ੀ ਦੇ ਗੀਤ ਗਾਉਂਦੀਆਂ ਹਨ। ਵੇਖ ਸਰੂਪ ਗੁਰ ਬਾਲ ਬਾਲ ਜਾਵਤ। ਸਤਿਗੁਰਾਂ ਦਾ ਸੌਂਦਰਯ ਸਰੂਪ ਵੇਖ ਕੇ ਸਤਿਗੁਰਾਂ ਤੋਂ ਬਲਿਹਾਰ ਜਾਂਦੀਆਂ, ਸਦਕੇ ਵਾਰਨੇ ਜਾਂਦੀਆਂ। ਬਾਜ ਉਠੇ ਸੁੰਦਰ ਸ਼ਦਿਆਨੇ। ਜਦੋਂ ਇਹ ਸ਼ਗਨ ਦੀ ਰਸਮ ਪੂਰੀ ਹੋ ਗਈ ਹੈ ਤਾਂ ਜਿਹੜੇ ਸ਼ੰਦਿਆਨੇ ਆ, ਖੁਸ਼ੀ ਦੇ ਵਾਜੇ ਵੱਜ ਪਏ ਆ, ਖੁਸ਼ੀ ਦੇ ਵਾਜੇ ਜਿਹੜੇ ਆ ਉਹ ਵੱਜਣ ਲੱਗੇ ਆ। ਭਾਟ ਕਬਿਤਨ ਕਰਤ ਬਖਾਨੇ। ਜਿਹੜੇ ਭੱਟ ਲੋਕ ਹੈ ਉਹ ਗੁਰਾਂ ਦਾ ਜਸ ਕਬਿੱਤਾਂ ਵਿੱਚ ਪਾ ਕੇ ਗਾਉਣ ਲੱਗੇ ਆ। ਵਜਹਿ ਪਖਾਵਜ ਗਾਨ ਤੰਬੂਰੇ। ਪਖਾਵਜ ਤਬਲੇ ਵੱਜ ਰਹੇ ਆ, ਤੰਬੂਰ ਵੱਜ ਰਹੇ ਆ। ਗਾਵਤ ਚਾਵ ਕਲਾਵਤ ਰੂਰੇ। ਬੜੇ ਚਾਅ ਦੇ ਨਾਲ ਕਲਾਵਤ ਜਿਹੜੇ ਹੈ, ਕਲੌਤ ਜਾਂ ਹਿਜੜੇ ਆਦ ਇਹ ਵੀ ਗਾ ਰਹੇ ਹੈ। ਦੀਹ ਦਮਾਮੇ ਬਾਜਤ ਛੁਤਰੀ। ਵੱਡੇ ਦਮਾਮੇ ਨਗਾਰੇ ਵੀ ਵੱਜ ਰਹੇ ਹੈ। ਛੁਤਰੀਆਂ, ਛੁਤਰੇ ਹੁੰਦੇ ਆ ਜਿਹੜੇ ਊਂਠਾਂ ਤੇ ਰੱਖ ਕੇ ਨਗਾਰੇ ਵਜਾਏ ਜਾਂਦੇ ਆ। ਛੁਤਰੀਆਂ ਊਂਟਾਂ ਤੇ ਰੱਖ ਕੇ ਵਜਾਏ ਜਾਣ ਵਾਲੇ ਨਗਾਰੇ ਵੀ ਵੱਜ ਰਹੇ ਹੈ। ਧੁਨ ਉੱਚੀ ਭੈ ਭੈ ਸ਼ੋਭਿਤ ਸੁਥਰੀ। ਬੜੀ ਉੱਚੀ ਧੁਨੀ ਆਵਾਜ਼ ਖੁਸ਼ੀ ਦੀ ਇਹ ਗੂੰਜ ਰਹੀ ਹੈ। ਖੁਸ਼ੀ ਦੇ ਵਾਜੇ ਵੱਜਦਿਆਂ ਦੀ ਆਵਾਜ਼ ਗੂੰਜ ਰਹੀ ਹੈ, ਜਿਹੜੀ ਬੜੀ ਸੁਥਰੀ ਹੈ, ਬੜੀ ਸੁੰਦਰ ਹੈ। ਜਨ ਮੰਗਲ ਕੈ ਸੰਗਲ ਡਾਰਾ। ਮਾਨੋ ਕਿ ਜਿਹੜੇ ਮੰਗਲ ਖੁਸ਼ੀਆਂ ਖੇੜੇ ਹੈ, ਇਹਨਾਂ ਨੂੰ ਗੁਰਾਂ ਨੇ ਸੰਗਲ ਪਾ ਲਿਆ ਤੇ ਸੰਗਲ ਪਾ ਕੇ ਸ੍ਰੀ ਅਨੰਦਪੁਰ ਸਾਹਿਬ ਨਗਰੀ ਵਿੱਚ ਬੰਨ੍ਹ ਲਿਆ ਕਿ ਖੁਸ਼ੀਆਂ ਨੂੰ ਜਾਣ ਹੀ ਨਹੀਂ ਦੇਣਾ ਅਨੰਦਪੁਰ ਸਾਹਿਬ ਨਗਰੀ 'ਚ। ਮਾਨੋ ਖੁਸ਼ੀਆਂ ਖੇੜਿਆਂ ਨੂੰ ਸੰਗਲ ਪਾ ਕੇ ਬੰਨ੍ਹ ਕੇ ਬਿਠਾ ਲਿਆ। ਸ੍ਰੀ ਅਨੰਦਪੁਰ ਸਾਹਿਬ ਨਗਰੀ ਅੰਦਰ ਜੋ ਖੁਸ਼ੀਆਂ ਮਨਾਈਆਂ ਜਾ ਰਹੀਆਂ, ਜੋ ਖੁਸ਼ੀ ਦਾ ਮਾਹੌਲ ਹੈ, ਉਹ ਬਿਆਨ ਨਹੀਂ ਕੀਤਾ ਜਾ ਸਕਦਾ। ਫਿਰ ਰਹੋ ਘਰ ਜਿਨ ਤਾਜ ਤਿਨ ਦੁਆਰਾ। ਆਨੰਦ ਨੂੰ ਮਾਨੋ ਗੁਰਾਂ ਆਦੇਸ਼ ਦਿੱਤਾ ਹੈ ਕਿ ਥਿਰ ਟਿਕੇ ਰਹੋ ਅਨੰਦਪੁਰ ਸਾਹਿਬ ਨਗਰੀ ਵਿੱਚ। ਜਿਨ ਕਹੀਏ ਮਤਾਂ ਬਾਹਰ ਨਾ ਜਾਣਾ ਕਰੀ ਹੁਣ। ਚਮਰ ਚਾਰ ਚਾਲਤ ਦਿਸ਼ ਦੌਨ। ਸਤਿਗੁਰਾਂ ਦੇ ਦੋਨੋਂ ਹੀ ਤਰਫ ਸੁੰਦਰ ਚਵਰ ਝੁੱਲ ਰਹੇ ਹੈ। ਮਨਹੁ ਮਰਾਲ ਉਡਤ ਹੋਏ ਆਉਨ। ਮਨੋ ਜਿਹੜੇ ਮਰਾਲ ਹੈ, ਹੰਸ ਹੈ, ਇਹੀ ਉੱਡ ਰਹੇ ਹੋਣ। ਦਇਆ ਰਾਮ ਪ੍ਰੋਹਤ ਉਠ ਤਬੈ। ਗੁਰੂ ਘਰ ਦਾ ਪ੍ਰੋਹਤ ਭਾਈ ਦਇਆ ਰਾਮ ਜੀ, ਜੋ ਸਿੰਘਾ ਪ੍ਰੋਹਤ ਦੇ ਪੁੱਤਰ ਹੈ ਨਾ, ਮੀਰੀ ਪੀਰੀ ਦੇ ਮਾਲਕ, ਗੁਰਾਂ ਦੀ ਹਜ਼ੂਰੀ ਵਿੱਚ ਰਹੇ ਸਿੱਖ ਭਾਈ ਸਿੰਘਾ ਪ੍ਰੋਹਤ,
ਉਹਦੇ ਪੁੱਤਰ ਭਾਈ ਦਇਆ ਰਾਮ ਪ੍ਰੋਹਤ। ਈਨੇ ਨੇਗ ਜਥੋ ਚਿਤ ਸਬੈ, ਜਥਾ ਉਚਿਤ ਸਾਰਾ ਜਿਹੜਾ ਨੇਗ ਲਾਗ ਹੈ ਉਹ ਸਾਰਾ ਭਾਈ ਦਇਆ ਰਾਮ ਜੀ ਨੇ ਨਿਭਾਇਆ ਹੈ। ਮੇਵੇ ਗਾਨ ਮੋਦਕ ਬਹੁ ਧਰੇ, ਬਹੁਤ ਮੇਵੇ ਮੋਦਕ ਲੱਡੂ ਜਿਹੜੇ ਹੈ ਉਹ ਵੀ ਰੱਖੇ ਹੈ। ਆਏ ਸਪਾਏ ਵਰਤਾਵਨ ਕਰੇ, ਗੁਰੂ ਤਥਾ ਗੁਰੂ ਮਾਤਾ ਦੀ ਆਗਿਆ ਪਾ ਕੇ ਤੇ ਲੱਡੂ ਮੇਵੇ ਗਣ ਵਰਤਾਏ ਗਏ ਹੈ। ਬ੍ਰਿੰਦ ਮਸੰਦ ਸੰਗਤਾਂ ਦਾਸ, ਬਹੁਤ ਮਸੰਦ ਬਹੁਤ ਸੰਗਤਾਂ ਬਹੁਤ ਦਾਸ। ਗਾਏ ਨਾਗਰੀ ਵਿਆਹ ਬਿਲਾਸ, ਨਾਗਰ ਜਿਹੜੀਆਂ ਚਤਰ ਇਸਤਰੀਆਂ ਹਨਗੀਆਂ ਉਹ ਵਿਆਹ ਦੇ ਵਿਲਾਸ ਕੌਤਕ ਜਿਹੜੇ ਆ ਉਹ ਗਾ ਰਹੀਆਂ ਹਨ, ਵਿਆਹ ਦੇ ਗੀਤ ਗਾ ਰਹੀਆਂ। ਸਭ ਹਿਨ ਮਹਿ ਵਰਤਾਵਨ ਕੀਨ, ਸਾਰਿਆਂ ਦੇ ਵਿੱਚ ਇਹ ਲੱਡੂ ਮੇਵੇ ਆਦ ਵਰਤਾਏ ਗਏ। ਮੇਵਾ ਮੋਦਕ ਬ੍ਰਿੰਦਨ ਲੀਨ, ਬਹੁਤਿਆਂ ਨੇ ਲੱਡੂ ਮੇਵੇ ਆਦ ਲੈ ਕੇ ਛਕੇ ਹੈ। ਮਾਤਲ ਗੁਰੂ ਕਿਰਪਾਲ ਆਨੰਦਾ, ਸਤਿਗੁਰਾਂ ਦੇ ਮਾਮਾ ਜੀ ਮਾਮਾ ਕਿਰਪਾਲ ਚੰਦ ਜੀ ਬਹੁਤ ਆਨੰਦਿਤ ਹੋਏ ਆਪਣੇ ਭਾਣਜੇ ਦੇ ਇਸ ਵਿਆਹ ਦੇ ਲੱਗੇ ਸ਼ਗਨ ਤੋਂ ਬੜੀ ਖੁਸ਼ੀ ਹੋਈ ਹੈ। ਗਿਆਨ ਜਾਚਕ ਦੇ ਦਰਬ ਬਿਲੰਦਾ, ਜਾਚਕ ਮੰਗਣ ਵਾਲਿਆਂ ਨੂੰ ਮਾਮਾ ਜੀ ਬਹੁਤ ਧਨ ਦੇ ਰਹੇ ਹਨ। ਜਾਚਕਾਂ ਨੂੰ ਜੋ ਕੋਈ ਆ ਕੇ ਮੰਗਦਾ ਉਸ ਨੂੰ ਮਾਮਾ ਜੀ ਦੇ ਰਹੇ ਹੈ। ਲੈ ਦੇਜ ਆਦਿਕ ਮੰਗਤ ਘਨੇ, ਬ੍ਰਾਹਮਣ ਆਦਿ ਤਥਾ ਹੋਰ ਮੰਗਣ ਵਾਲੇ ਜਿਹੜੇ ਹੈ ਉਹ ਲੈ ਲੈ ਕੇ ਆਨੰਦਿਤ ਹੋ ਰਹੇ ਹੈ। ਸ੍ਰੀ ਸਤਿਗੁਰ ਕੋ ਆਸ਼ਿਖ ਭਨੇ, ਧੰਨ ਕਲਗੀਧਰ ਪਾਤਸ਼ਾਹ ਜੀ ਨੂੰ ਆਸ਼ੀਰਵਾਦ ਦਿੰਦੇ ਤਥਾ ਅਸੀਸਾਂ ਦਿੰਦੇ ਹੈ। ਚਿਰੰਜੀਵ ਸੋਢੀ ਕੁਲ ਟੀਕਾ, ਸੋਢੀ ਕੁਲ ਦੇ ਟਿੱਕਾ ਸਰੂਪ ਧੰਨ ਕਲਗੀਧਰ ਪਾਤਸ਼ਾਹ ਜੀ ਆਪ ਜੀ ਚਿਰੰਜੀਵੀ ਹੋ, ਜੁਗ ਜੁਗ ਜੀਵੋ। ਗੁਰ ਗਾਦੀ ਮਾਲਕ ਉਸ਼ਨੀਕਾ, ਗੁਰਤਾ ਗੱਦੀ ਦੇ ਆਪ ਮਾਲਕ ਹੋ ਤੇ ਗੁਰੂ ਦਸਤਾਰ ਆਪ ਜੀ ਦੇ ਸੀਸ ਤੇ ਸ਼ੋਭ ਰਹੀ ਹੈ। ਤੇਗ ਬਹਾਦਰ ਗੁਰੂ ਸਪੂਤ, ਧੰਨ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ੍ਰੇਸ਼ਟ ਪੁੱਤਰ ਹੋ ਆਪ। ਜੋ ਜਗ ਭੋਗ ਭੁਗਤ ਅਵਧੂਤ, ਜੋ ਆਪ ਜਗਤ ਦੇ ਜਿਹੜੇ ਭੁਗਤ ਪਦਾਰਥ ਹੈ ਉਹਨਾਂ ਨੂੰ ਭੋਗਦੇ ਹੋਏ ਵੀ ਅਵਧੂਤ ਹੋ। ਸੰਸਾਰ ਦੇ ਪਦਾਰਥਾਂ ਦੇ ਭੋਗ ਭੋਗਦਿਆਂ ਹੋਇਆਂ ਵੀ ਉਹਨਾਂ ਤੋਂ ਵਿਰਕਤ ਹੋ, ਉਹਨਾਂ ਤੋਂ ਉਦਾਸੀਨ ਪਰਿਵਾਰ ਸੰਸਾਰ ਵਿਵਹਾਰ ਵਿੱਚ ਰਹਿੰਦਿਆਂ ਹੋਇਆਂ ਵੀ ਨਿਰਲੇਪ ਹੋ। ਕਿਸ ਤਰ੍ਹਾਂ ਜਿਉ ਕਵਲ ਰਹਿ ਵਿੱਚ ਪਾਣੀ ਹੈ, ਜਿਵੇਂ ਕਵਲ ਪਾਣੀ ਵਿੱਚ ਰਹਿ ਕੇ ਵੀ ਜਲ ਤੋਂ ਨਿਰਲੇਪ ਰਹਿੰਦਾ ਹੈ, ਇਉਂ ਪਰਿਵਾਰ ਸੰਸਾਰ ਵਿਵਹਾਰ ਵਿੱਚ ਵਰਤ ਕੇ ਵੀ ਨਿਰਲੇਪ ਹੋ। ਅਤ ਉਦਾਰ ਜਸ ਚੰਦ ਚੜਾਇਓ, ਬਹੁਤ ਉਦਾਰ ਸਖੀ ਹਿਰਦੇ ਵਾਲੇ ਹੋ ਆਪ ਜੀ ਦਾ ਜਸ ਰੂਪੀ ਚੰਦਰਮਾ ਸਾਰੇ ਜਗਤ ਵਿੱਚ ਚੜ ਗਿਆ ਹੈ। ਹਿੰਦ ਧਰਮ ਕੋ ਰਾਖਨ ਆਇਓ, ਆਪ ਜੀ ਹਿੰਦ ਧਰਮ ਦੀ ਰੱਖਿਆ ਕਰਨ ਵਾਸਤੇ ਹੀ ਆਏ ਹੋ। ਸੋਨ ਪ੍ਰਸੰਨ ਗੁਜਰੀ ਮਨ ਹੋਈ, ਪੁੱਤਰ ਦੀ ਇਸ ਤਰ੍ਹਾਂ ਹੋ ਰਹੀ ਕੀਰਤੀ, ਕਲਗੀਧਰ ਪਾਤਸ਼ਾਹ ਸਤਿਗੁਰੂ ਜੀ ਦੀ ਹੋ ਰਹੀ ਮਹਿਮਾ ਜਿਸ ਵੇਲੇ ਮਾਤਾ ਗੁਜਰੀ ਜੀ ਸੁਣਦੇ ਐ ਤੇ ਬਹੁਤ ਪ੍ਰਸੰਨ ਹੁੰਦੇ ਐ। ਦੇਤਾ ਭਾਈ ਜਾਚੇ ਜੇ ਕੋਈ, ਮੰਗਣ ਵਾਲੇ ਜੋ ਕੋਈ ਵੀ ਆ ਕੇ ਜੋ ਕੁਝ ਵੀ ਮੰਗਦੇ ਐ ਮਾਤਾ ਜੀ ਸੰਕੋਚ ਨਹੀਂ ਕਰਦੇ ਦੇਣ ਲੱਗਿਆ, ਮੰਗਤਿਆਂ ਨੂੰ ਦਈ ਜਾ ਰਹੇ ਐ। ਸੋਤ ਪਰ ਕਰੇ ਵਾਰਨੇ ਘਨੇ, ਆਪਣੇ ਪੁੱਤਰ ਕਲਗੀਧਰ ਪਾਤਸ਼ਾਹ ਸਤਿਗੁਰਾਂ ਤੋਂ ਬੇਅੰਤ ਮਾਇਆ ਵਾਰੀ ਹੈ। ਹੀਰਤ ਹਿਰਦਾ ਪ੍ਰੇਮ ਕੇ ਸਨੇ, ਤੇ ਹੀਰਤ ਹਿਰਦਾ ਪ੍ਰੇਮ ਕੇ ਸਨੇ, ਪ੍ਰੇਮ ਨਾਲ ਭਿੱਜਿਆ ਹਿਰਦਾ ਮਾਤਾ ਜੀ ਦਾ
ਆਪਣੇ ਪੁੱਤਰ ਦੇ ਜਸ ਨੂੰ, ਕੀਰਤੀ ਮਹਿਮਾ ਨੂੰ ਵੇਖ ਸੁਣ ਕੇ ਆਨੰਦਿਤ ਹੋ ਰਹੇ ਹੈ। ਲੌਲਿਕ ਵੈਦਿਕ ਰੀਤ ਕਰਾਈ। ਜਿਹੜੀ ਲੌਕਿਕ ਰੀਤ ਸੀ, ਕੁਲ ਦੀ ਰੀਤ ਮਰਜ਼ਾਦਾ ਸੀ, ਉਹ ਸਾਰੀ ਮਾਤਾ ਜੀ ਨੇ ਸੰਪੰਨ ਕਰਵਾਈ। ਸੋਢ ਵੰਸ਼ ਦੀ ਜੋ ਮਰਜ਼ਾਦਾ ਸੀ, ਪੁਰਖਿਆਂ ਤੋਂ ਚਲੀ ਆ ਰਹੀ, ਉਹ ਮਰਜ਼ਾਦਾ ਸਾਰੀ ਸੰਪੰਨ ਕਰਵਾਈ ਹੈ। ਪੁਨ ਗ੍ਰਹਿ ਗਮਨੇ ਗੁਰ ਗੋਸਾਈ। ਪ੍ਰਿਥਵੀ ਦੇ ਮਾਲਕ ਧੰਨ ਕਲਗੀਧਰ ਪਾਤਸ਼ਾਹ ਸਤਿਗੁਰਾਂ ਨੂੰ ਜਦੋਂ ਇਸ ਤਰ੍ਹਾਂ ਸ਼ਗਨ ਲੱਗ ਗਿਆ ਤੇ ਉੱਠ ਕੇ ਪਾਤਸ਼ਾਹ ਘਰ ਨੂੰ ਚਲੇ ਗਏ ਆ। ਭਰਾਤਾ ਸੰਗੋ ਸ਼ਾਹ ਜੀ ਨੂੰ ਨਾਲ ਲੈ ਕੇ ਗਏ ਆ। ਭੂਆ ਪੁੱਤਰ ਭਰਾ ਹੈ ਨਾ ਭਾਈ ਸੰਗੋ ਸ਼ਾਹ ਜੀ, ਨਾਲ ਰੱਖਦੇ ਸਤਿਗੁਰੂ ਜੀ ਉਹਨਾਂ ਨੂੰ। ਤਿਆਰੀ ਸਗਰੀ ਵਸਤੂ ਕਰੇ। ਤੇ ਸਾਰੀਆਂ ਵਸਤੂਆਂ ਦੀ ਤਿਆਰੀ ਜਿਹੜੀ ਉਹ ਮਾਮਾ ਕਿਰਪਾਲ ਚੰਦ ਜੀ ਕਰਵਾ ਰਹੇ। ਸਿਆਣੇ ਹੈ, ਸਾਰਾ ਪ੍ਰਬੰਧ ਮਾਤਾ ਗੁਜਰੀ ਜੀ ਵੀ ਮਾਮਾ ਕਿਰਪਾਲ ਚੰਦ ਜੀ ਨੂੰ ਕਹਿੰਦੇ, ਭਰਾਤਾ ਜੀ ਤੁਸੀਂ ਸਾਰਾ ਪ੍ਰਬੰਧ ਜਿਹੜਾ ਉਹ ਆਪਣੀ ਨਿਗਰਾਨੀ ਹੇਠ ਰੱਖਣਾ। ਤੇ ਮਾਮਾ ਕਿਰਪਾਲ ਚੰਦ ਜੀ ਸਾਰੀ ਨਿਗਰਾਨੀ ਰੱਖ ਰਹੇ ਕਿ ਸਾਰੇ ਕਾਰਜ ਸਹੀ ਹੋ ਰਹੇ ਹੈ, ਦੇਗ ਲੰਗਰ ਦਾ ਪਹਿਰਾ ਸਹੀ ਚੱਲ ਰਿਹਾ ਹੈ। ਵਿਆਹ ਵਿੱਚ ਲੋੜੀ ਦੀਆਂ ਵਸਤੂਆਂ ਜੋ ਚਾਹੀਦੀਆਂ ਉਹ ਸਾਰੀਆਂ ਮੰਗਵਾ ਲਈਆਂ ਗਈਆਂ, ਕੋਈ ਰਹਿ ਤੇ ਨਹੀਂ ਗਈ ਵਸਤੂ। ਤਾਂ ਪਦਾਰਥ ਆਈਆਂ ਹੋਈਆਂ ਸੰਗਤਾਂ ਦਾ ਤਥਾ ਆਏ ਹੋਏ ਕੁਟੁੰਬੀ ਪਰਿਵਾਰ ਸਾਰਿਆਂ ਦਾ ਸਨਮਾਨ ਹੋ ਗਿਆ। ਸਾਰਿਆਂ ਨੂੰ ਆਸਣ ਮਿਲ ਗਏ, ਕੋ ਮੰਜੇ ਬਿਸਤਰੇ ਮਿਲ ਗਏ ਹੈ, ਕੋਈ ਤਰੁੱਟੀ ਤੇ ਨਹੀਂ ਰਹੀ। ਸਾਰੀ ਜਿਹੜੀ ਜ਼ਿੰਮੇਵਾਰੀ ਹੈ ਉਹ ਮਾਮਾ ਕਿਰਪਾਲ ਚੰਦ ਜੀ ਦੀ ਨਿਗਰਾਨੀ ਹੇਠ अन्य सेवक ਜਿਹੜੇ ਉਹ ਨਿਭਾ ਰਹੇ ਹਨ। ਘ੍ਰੇਤ ਮਿਸ਼ਟਾਨ ਆਨ ਗਨ ਧਰੇ। ਬਹੁਤ ਘਿਓ ਵੀ ਲਿਆ ਕੇ ਜਿਹੜਾ ਹੈ ਉਹ ਰੱਖਿਆ ਹੋਇਆ ਹੈ ਘਰ ਦੇ ਵਿੱਚ, ਕਿ ਤਰੁੱਟੀ ਨਾ ਆਵੇ, ਦੇਗ ਲੰਗਰ ਦੇ ਵਿੱਚ ਘਿਓ ਦੀ ਕਮੀ ਨਾ ਆਵੇ। ਤੇ ਮਿਸ਼ਟਾਨ ਬੜੇ ਤਿਆਰ ਹੋ ਰਹੇ, ਹਲਵਾਈ ਲਾਏ ਹੋਏ ਹੈ ਬੇਅੰਤ, ਤੇ ਪਕਵਾਨਾਂ ਦੀ ਜਿਹੜੀ ਹੈ ਉਹ ਕੋਈ ਕਮੀ ਨਾ ਆਵੇ ਕਿਸੇ ਤਰ੍ਹਾਂ ਦੇ ਨਾਲ। ਤਰ੍ਹਾਂ ਦੀਆਂ ਮਠਿਆਈਆਂ, ਲੱਡੂ, ਬੂੰਦੀ ਆਦਿ ਮੇਵੇ ਤਿਆਰ ਹੋ ਰਹੇ ਹੈ। ਤੇ ਧਨ ਬਿਪਰ ਵਿਸਰਜਨ ਕੀਨਾ। ਜਿਹੜਾ ਬ੍ਰਾਹਮਣ ਭਾਈ ਹਰਜਸ ਜੀ ਵੱਲੋਂ ਗੁਰੂ ਸਾਹਿਬਾਂ ਦਾ ਸ਼ਗਨ ਲੈ ਕੇ ਗੁਰੂ ਕੇ ਲਾਹੌਰ ਤੋਂ ਸ੍ਰੀ ਅਨੰਦਪੁਰ ਸਾਹਿਬ ਨਗਰੀ ਆਇਆ ਸੀ, ਉਸ ਬ੍ਰਾਹਮਣ ਨੂੰ ਧਨ ਦੇ ਕੇ ਤੇ ਵਿਸਰਜਨ ਕੀਤਾ, ਵਿਦਾ ਕੀਤਾ। ਉਚਿਤ ਵਸਤ ਸਗਰੀ ਪਾਠ ਦੀਨ। ਜੋ ਉਚਿਤ ਯੋਗਯ ਵਸਤੂਆਂ ਜਾਣੀਆਂ ਉਹ ਸਾਰੀਆਂ ਭੇਜ ਦਿੱਤੀਆਂ, ਜੋ ਮਰਜ਼ਾਦਾ ਅਨੁਸਾਰ ਬਣਦੀਆਂ ਸਨਗੀਆਂ ਉਹ ਸਾਰੀਆਂ ਵਸਤੂਆਂ ਜਿਹੜੀਆਂ ਉਹ ਭੇਜ ਦਿੱਤੀਆਂ ਗਈਆਂ ਹਨ। ਬੇਦੀ ਬ੍ਰਿੰਦ ਬੁਲਾਏ ਪਠਾਏ। ਬਹੁਤੇ ਬੇਦੀ ਜਿਹੜੇ ਉਹ ਬੁਲਾਏ ਆ ਤੇ ਉਹ ਵੀ ਭੇਜੇ ਆ। ਸਹਿਤ ਭਾਰਜਾ ਸੇ ਚਲ ਆਏ। ਆਪਣੀਆਂ ਸੁਪਤਨੀਆਂ ਸੰਯੁਗਤ ਬੇਦੀ ਵੀ ਚੱਲ ਕੇ ਆਏ। ਸਭ ਤੇਹਨ ਢਿਗ ਗਇਓ ਮਸੰਦ। ਮਸੰਦ ਸੱਦਣ ਵਾਸਤੇ ਤੇਣ ਕੁਲ ਦੇ ਜਿਹੜੇ ਸਨਗੇ ਗੁਰੂ ਅੰਗਦ ਦੇਵ ਜੀ ਦੇ ਸਾਹਿਬਜ਼ਾਦੇ, ਉਹਨਾਂ ਨੂੰ ਵੀ ਆਮੰਤਰਿਤ ਕੀਤਾ ਗਿਆ। ਆਨੇ ਕਰ ਸਨਮਾਨ ਬਿਲੰਦ। ਬੜਾ ਸਨਮਾਨ ਆਦਰ ਕਰਦਿਆਂ ਹੋਇਆਂ ਤੇਹਣ ਕੁਲ ਦੇ ਪਰਿਵਾਰ ਨੂੰ ਵੀ ਲਿਆਂਦਾ ਗਿਆ। ਪੁਨ ਭਲਿਆਨ ਕੀ ਕੋਲ ਸਮੁਦਾਈ। ਫਿਰ ਭੱਲਿਆਂ ਦੀ ਜਿਹੜੀ ਕੁਲ ਹੈ, ਧੰਨ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਦੇ ਜਿਹੜੇ ਵੰਸ਼ਜ ਹੈ ਉਹ ਵੀ ਸਾਰੇ ਆਮੰਤਰਿਤ ਕੀਤੇ ਗਏ। ਸੰਗ ਭਾਰਜਾ ਲੈ ਸਭ ਆਈ। ਉਹ ਵੀ ਆਪੋ ਆਪਣੀਆਂ ਭਾਰਜਾ ਇਸਤਰੀਆਂ ਸੁਪਤਨੀਆਂ ਨੂੰ ਨਾਲ ਲੈ ਕੇ ਆਏ। ਯਥਾ ਜੋਗ ਜਹੈ ਚਾਰ ਨਿਕੇਤ। ਜਥਾ ਉਚਿਤ ਜਿਥੇ ਸੁੰਦਰ ਗੁਰਾਂ ਦੇ ਸੋਹਣੇ ਨਕੇਤ ਸਨ, ਘਰ ਸਨ ਆਨੰਦਪੁਰ ਸਾਹਿਬ ਨਗਰੀ ਵਿੱਚ। ਦੇਤ ਭਏ ਤਿਨ ਬਸ ਬੇਹੇਤ। ਉਹ ਆਏ ਹੋਏ ਕੁਟੁੰਬ ਪਰਿਵਾਰ ਸੰਬੰਧੀ ਗਨਾਂ ਨੂੰ ਵਸਣ ਵਾਸਤੇ
ਵਿਸ਼ਰਾਮ ਵਾਸਤੇ ਦਿੱਤੇ ਐ। ਨੇਰੇ ਦੂਰ ਮਸੰਦ ਬਿਲੰਦ ਨੇੜੇ ਅਤੇ ਦੂਰ ਜਿੰਨੇ ਵੀ ਮਸੰਦਗਣ ਦੇ ਨੇੜਿਓਂ ਦੂਰੋਂ ਆਏ ਸਨ, ਸੋਨ ਸੁਧ ਪਹੁੰਚੇ ਧਰਤ ਆਨੰਦ ਉਹ ਵੀ ਆਨੰਦ ਨੂੰ ਧਾਰਨ ਕਰਦਿਆਂ ਹੋਇਆਂ ਸੁਣ ਕੇ ਸਤਿਗੁਰਾਂ ਦੇ ਵਿਆਹ ਦੀ ਇਹ ਖਬਰ ਸੂਚਨਾ ਨੂੰ ਉਹ ਵੀ ਆ ਪਹੁੰਚੇ ਐ। ਕੀਰਤਪੁਰ ਕੇ ਗਾਨ ਨਰ ਨਾਰੀ ਕੀਰਤਪੁਰ ਸਾਹਿਬ ਨਗਰੀ ਦੇ ਵੀ ਬੇਅੰਤ ਮਨੁੱਖ ਤਥਾ ਇਸਤਰੀਆਂ ਠਹਿਰੇ ਪੁਰ ਆਨੰਦ ਮੁਦ ਧਾਰੀ ਸ੍ਰੀ ਅਨੰਦਪੁਰ ਸਾਹਿਬ ਨਗਰੀ ਆ ਕੇ ਬੜੀ ਪ੍ਰਸੰਨਤਾ ਦੇ ਨਾਲ ਠਹਿਰੇ ਐ, ਰੁਕੇ ਐ। ਭਾਈ ਭੀਰ ਭਾਰੀ ਪੁਰ ਵਿਖੈ ਸ੍ਰੀ ਅਨੰਦਪੁਰ ਸਾਹਿਬ ਨਗਰੀ ਅੰਦਰ ਬਹੁਤ ਭਾਰੀ ਵੱਡੀ ਭੀੜਾ ਜਿਹੜੀ ਉਹ ਲੱਗ ਗਈ ਹੈ। ਬਿਸਮਤ ਜਾਨ ਲਵਪੁਰ ਨਵ ਪਿਖੈ ਤੇ ਬਿਸਮਤ ਸਾਰੇ ਹੈਰਾਨ ਹਨਗੇ ਮਨ ਵਿੱਚ ਕਿ ਨਵਾਂ ਵਸਿਆ ਲਾਹੌਰ ਵੇਖਾਂਗੇ। ਜਿਹੜਾ ਗੁਰੂ ਕਾ ਲਾਹੌਰ ਸਤਿਗੁਰਾਂ ਵਸਾਇਆ ਹੈ, ਸਤਿਗੁਰਾਂ ਦੇ ਸੰਬੰਧੀ ਗਣ ਜੋ ਅਨੰਦਪੁਰ ਸਾਹਿਬ ਨਗਰੀ ਪਹੁੰਚਿਆ, ਉਹਨਾਂ ਦੇ ਮਨ ਵਿੱਚ ਗੁਰੂ ਕਾ ਨਵਾਂ ਵਸਿਆ ਲਾਹੌਰ ਵੇਖਣ ਦਾ ਹੀ ਬੜਾ ਚਾਅ ਹੈ। ਗੁਰੂ ਜੀ ਦੇ ਵਿਆਹ ਦਾ ਚਾਅ ਹੈ, ਨਵਾਂ ਵਸਿਆ ਲਾਹੌਰ ਨਗਰ ਵੇਖਣ ਦਾ ਚਾਅ ਹੈ, ਬੜੀ ਉਮੰਗ ਹੈ। ਤੇ ਇਸ ਤਰ੍ਹਾਂ ਸ੍ਰੀ ਅਨੰਦਪੁਰ ਸਾਹਿਬ ਨਗਰੀ ਜੋ ਬਹੁਤ ਵੱਡਾ ਖੁਸ਼ੀਆਂ ਦਾ ਸਮੁੰਦਰ ਦਾ ਰੂਪ ਬਣੀ ਹੋਈ ਹੈ। ਇੰਨੀਆਂ ਖੁਸ਼ੀਆਂ ਮਾਨੋ ਜਿਵੇਂ ਵਿਸ਼ਾਲ ਸਮੁੰਦਰ ਹੁੰਦਾ ਹੈ, ਐਸੀਆਂ ਖੁਸ਼ੀਆਂ ਅਨੰਦਪੁਰ ਸਾਹਿਬ ਨਗਰੀ ਅੰਦਰ ਮਨਾਈਆਂ ਜਾ ਰਹੀਆਂ ਹਨ। ਸੋ ਸਾਧ ਸੰਗਤ ਕਥਾ ਵਿਚਾਰ ਦੀ ਇੱਥੇ ਸਮਾਪਤੀ ਕਰਦੇ ਹਾਂ। ਤੁਛ ਬੁੱਧੀ ਹੈ ਦਾਸਾਂ ਦੀ ਸੁਭਾਵਕ ਅਨੇਕ ਪ੍ਰਕਾਰ ਦੀਆਂ ਗਲਤੀਆਂ ਹੋ ਗਈਆਂ। ਸਾਧ ਸੰਗਤ ਬਖਸ਼ਣ ਯੋਗ ਹੈ, ਕਿਰਪਾ ਕਰਕੇ ਬਖਸ਼ ਲੈਣਾ। ਧੰਨ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸ੍ਰੇਸ਼ਟ ਮਤ ਦੇਣ ਵਾਲੇ ਹਨ। ਅੱਗੇ ਵਾਸਤੇ ਸੁਧ ਕਥਾ ਵਿਚਾਰ ਕਰਨ ਦੀ ਬੁੱਧੀ ਬਖਸ਼ਣ। ਸਭ ਹੀ ਸੰਗਤਾਂ ਦੇ ਲੋਕ ਸੁਖੀਏ ਪਰਲੋਕ ਸੁਹੇਲੇ ਕਰਨ। ਭਾਈ ਭੀਰ ਭਾਰੀ ਪੁਰ ਵਿਖੈ ਬਿਸਮਤ ਜਾਨ ਲਵਪੁਰ ਨਵ ਪਿਖੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।